ਹੈਲੋ एवरीवन ਵੈਲਕਮ ਟੂ ਪੀਵੀਐਸ ਕਲਾਸਿਸ। ਅੱਜ ਇਸ ਲੈਕਚਰ 'ਚ ਆਪਾਂ ਫਿਜ਼ੀਕਲ ਜਿਓਗ੍ਰਾਫੀ ਦੇ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਪੀਪੀਐਸਸੀ ਦੇ ਨਾਇਬ ਤਹਿਸੀਲਦਾਰ ਤੇ ਪੀਟੀਪੀਐਸਪੀ ਦੇ ਸਾਰੇ ਐਗਜ਼ਾਮਸ ਲਈ ਬਹੁਤ ਯੂਜ਼ਫੁਲ ਨੇ। ਨਾ ਸਿਰਫ ਆਪਾਂ ਕੁਐਸਚਨਸ ਕਰਾਂਗੇ ਬਲਕਿ ਰਿਲੇਟਡ ਇਨਫੋਰਮੇਸ਼ਨ ਵੀ ਸਾਰੀ ਡਿਸਕਸ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾ ਕੁਐਸਚਨ ਹੈ ਹੂ ਕੋਇਨਡ ਦਾ ਵਰਡ ਜਿਓਗ੍ਰਾਫੀ। ਤਾਂ ਜਿਓਗ੍ਰਾਫੀ ਸ਼ਬਦ ਕਿਸ ਨੇ ਦਿੱਤਾ? ਠੀਕ ਹੈ, ਤੁਸੀਂ ਆਪ ਵੀ ਆਨਸਰ ਗੈਸ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਜਿਓਗ੍ਰਾਫੀ ਸ਼ਬਦ ਕਿਸ ਨੇ ਦਿੱਤਾ। ਇਹਦਾ ਰਾਈਟ ਆਨਸਰ ਹੈ ਰੇਟੋਸਥੀਨੀਜ਼। ਠੀਕ ਹੈ, ਆਪਸ਼ਨ ਨੰਬਰ 2 ਇਹਨਾਂ ਨੇ ਜਿਓਗ੍ਰਾਫੀ ਸ਼ਬਦ ਦਿੱਤਾ। ਹੁਣ ਆਪਾਂ ਰਿਲੇਟਡ ਇਨਫੋਰਮੇਸ਼ਨ ਵੀ ਪੜ੍ਹਦੇ ਹਾਂ ਕਿ ਇਹ ਜਿਹੜੀ ਪਰਸਨ ਸੀ ਇਹ ਕੀ ਸੀਗੇ? ਇੱਕ ਗ੍ਰੀਕ ਮੈਥਮੈਟੀਸ਼ੀਅਨ, ਜਿਓਗ੍ਰਾਫਰ, ਪੋਇਟ, ਐਥਲੀਟ ਸੀਗੇ। ਮਤਲਬ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਇਹਨਾਂ ਦਾ ਕੰਟਰੀਬਿਊਸ਼ਨ ਰਿਹਾ ਵਾ। ਠੀਕ ਹੈ, ਨਾਲ ਇਹ ਵੀ ਯਾਦ ਰੱਖਣਾ ਕਿ ਜਿਹੜਾ ਜਿਓਗ੍ਰਾਫੀ ਵਰਡ ਹੈ ਇਹ ਕੀ ਹੈ? ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਠੀਕ ਹੈ, ਅੱਗੇ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਦ ਆਰਟ ਐਂਡ ਸਾਇੰਸ ਆਫ ਮੈਪ ਮੇਕਿੰਗ ਇਜ਼ ਕਾਲਡ। ਠੀਕ ਹੈ, ਤਾਂ ਨਕਸ਼ੇ ਬਣਾਉਣ ਦੀ ਕਲਾ ਤੇ ਵਿਗਿਆਨ ਨੂੰ ਕੀ ਕਿਹਾ ਜਾਂਦਾ ਹੈ? ਰਿਮੋਟ ਸੈਂਸਿੰਗ, ਕਾਰਟੋਗ੍ਰਾਫੀ, ਫੋਟੋਗ੍ਰਾਮੈਟਰੀ ਤੇ ਮੈਪਿੰਗ। ਇਹਨਾਂ ਸਾਰਿਆਂ 'ਚ ਕਿਹੜੀ ਟਰਮ ਮੈਪ ਮੇਕਿੰਗ ਦੇ ਲਈ ਯੂਜ਼ ਕੀਤੀ ਜਾਂਦੀ ਹੈ? ਠੀਕ ਹੈ, ਤਾਂ ਤੁਸੀਂ ਦੱਸਣਾ ਹੈ। ਤੇ ਦਾ ਰਾਈਟ ਆਨਸਰ ਹੈ ਕਾਰਟੋਗ੍ਰਾਫੀ। ਠੀਕ ਹੈ, ਤਾਂ ਨਕਸ਼ੇ ਬਣਾਉਣ ਦੀ ਕਲਾ ਨੂੰ ਕਾਰਟੋਗ੍ਰਾਫੀ ਕਿਹਾ ਜਾਂਦਾ ਹੈ। ਠੀਕ ਹੈ, ਤਾਂ ਹੁਣ ਅੱਗੇ ਆਪਾਂ ਦੇਖਦੇ ਹਾਂ ਕਿ ਕਾਰਟੋਗ੍ਰਾਫੀ ਸਟੱਡੀ ਐਂਡ ਪ੍ਰੈਕਟਿਸ ਆਫ ਮੇਕਿੰਗ ਮੈਪਸ। ਠੀਕ ਹੈ, ਇਹਦੇ ਨਾਲ ਰਿਲੇਟਡ ਇੱਕ ਹੋਰ ਕੁਐਸਚਨ ਬਣਦਾ ਹੈ ਕਿ ਫਰਸਟ ਮੈਪ ਦੁਨੀਆ ਦਾ ਪਹਿਲਾ ਮੈਪ ਕਿਹਨੇ ਬਣਾਇਆ ਸੀ? ਠੀਕ ਹੈ, ਫਰਸਟ ਮੈਪ, ਇਹ ਮੈਪ ਬਣਾਇਆ ਸੀਗਾ ਐਨੈਕਸੀਮੈਂਡਰ ਨੇ। ਠੀਕ ਹੈ, ਇਹ ਵੀ ਨਾਮ ਯਾਦ ਰੱਖਣਾ ਹੈ, ਐਨੈਕਸੀਮੈਂਡਰ। ਠੀਕ ਹੈ, ਇਹ ਪਰਸਨ ਸੀ ਜਿਨ੍ਹਾਂ ਨੇ ਦੁਨੀਆ ਦਾ ਪਹਿਲਾ ਮੈਪ, ਪਹਿਲਾ ਨਕਸ਼ਾ ਬਣਾਇਆ ਸੀ। ਤਾਂ ਐਨੈਕਸੀਮੈਂਡਰ ਪਰਸਨ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾ ਮੈਪ ਬਣਾਇਆ ਸੀ। ਠੀਕ ਹੈ, ਅੱਗੇ ਦੇਖਦੇ ਹਾਂ ਦ ਡੀਪੈਸਟ ਟ੍ਰੈਂਚ ਆਫ ਇੰਡੀਅਨ ਓਸ਼ਨ। ਠੀਕ ਹੈ, ਇੰਡੀਅਨ ਓਸ਼ਨ ਸਭ ਤੋਂ ਡੂੰਘੀ ਟ੍ਰੈਂਚ ਕਿਹੜੀ ਹੈ? ਤਾਂ ਆਪਸ਼ਨਸ ਨੇ ਜਾਵਾ ਟ੍ਰੈਂਚ, ਐਲੋਟੀਅਨ, ਐਟੇਕਾਮਾ ਤੇ ਡਾਇਮੈਂਟੀਨਾ। ਠੀਕ ਹੈ, ਇਹਨਾਂ 'ਚ ਕਿਹੜੀ ਟ੍ਰੈਂਚ ਕੀ ਹੈ ਇੰਡੀਅਨ ਓਸ਼ਨ ਦੀ ਸਭ ਤੋਂ ਡੂੰਘੀ ਹੈ? ਤੇ ਇਹਦਾ ਰਾਈਟ ਆਨਸਰ ਹੈ ਜਾਵਾ ਟ੍ਰੈਂਚ। ਠੀਕ ਹੈ, ਜਿਹਨੂੰ ਪਹਿਲਾਂ ਸੁੰਦਾ ਟ੍ਰੈਂਚ ਵੀ ਕਹਿੰਦੇ ਸੀ। ਜਾਵਾ ਟ੍ਰੈਂਚ ਕੀ ਸਭ ਤੋਂ ਡੂੰਘੀ ਟ੍ਰੈਂਚ ਹੈ। ਠੀਕ ਹੈ, ਤੇ ਇਹਦੀ ਲੰਬਾਈ ਕਿੰਨੀ ਹੈ? 3200 ਕਿਲੋਮੀਟਰ। ਜਾਵਾ ਟ੍ਰੈਂਚ ਜਿਹਨੂੰ ਕਿ ਸੁੰਦਾ ਟ੍ਰੈਂਚ ਵੀ ਕਹਿੰਦੇ ਸੀ, ਇਹ ਇੰਡੀਅਨ ਓਸ਼ਨ ਦੀ ਸਭ ਤੋਂ ਡੂੰਘੀ ਟ੍ਰੈਂਚ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਦ ਲੇਅਰ ਵਿਦ ਦ ਡਿਕਰੀਜ਼ ਇਨ ਟੈਂਪਰੇਚਰ ਵਿਦ ਇਨਕਰੀਜ਼ ਇਨ ਐਲਟੀਟਿਊਡ ਇਜ਼ ਟੋਟਲੀ ਐਬਸੈਂਟ। ਕਹਿੰਦੇ ਕਿ ਵਾਯੂਮੰਡਲ ਦੀ ਜਾਨੀ ਕਿ ਐਟਮੋਸਫੇਅਰ ਦੀ ਉਹ ਕਿਹੜੀ ਪਰਤ ਆ ਜਿਹਦੇ 'ਚ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਟੈਂਪਰੇਚਰ ਘਟਦਾ ਨਹੀਂ ਗਾ। ਠੀਕ ਹੈ, ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਟੈਂਪਰੇਚਰ ਘਟਦਾ ਨਹੀਂ ਗਾ। ਇਹ ਕੰਮ ਨਹੀਂ ਹੁੰਦਾ। ਕੀ ਹੁੰਦਾ ਵਾ? ਜਿਵੇਂ ਜਿਵੇਂ ਹਾਈਟ ਵੱਧਦੀ ਆ ਉੱਪਰ ਵੱਲ ਨੂੰ ਜਾਂਦੇ ਆ ਤਾਂ ਟੈਂਪਰੇਚਰ ਵੀ ਵੱਧਦਾ ਵਾ, ਇਹ ਕੰਮ ਹੁੰਦਾ ਵਾ। ਠੀਕ ਹੈ, ਤਾਂ ਇਹ ਚੀਜ਼ ਪੁੱਛੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਐਟਮੋਸਫੇਅਰ ਦੀਆਂ ਸਾਰੀਆਂ ਲੇਅਰਸ ਬਾਰੇ ਡਿਸਕਸ ਕਰ ਲੈਣੇ ਕਿ ਕਿਹੜੀਆਂ ਕਿਹੜੀਆਂ ਲੇਅਰਸ ਹੁੰਦੀਆਂ ਨੇ, ਕੀ ਕੀ ਹੁੰਦਾ। ਠੀਕ ਹੈ, ਤਾਂ ਦੇਖੋ ਸਭ ਤੋਂ ਪਹਿਲੀ ਲੇਅਰ ਜਿਹੜੀ ਕਿ ਧਰਤੀ ਦੇ ਸਭ ਤੋਂ ਬਿਲਕੁਲ ਇੱਥੇ ਨੇੜੇ ਆ, ਆਹ ਅਰਥ ਆ। ਇਸ ਤੋਂ ਜਸਟ ਉੱਪਰ ਜਿਹੜੀ ਹਵਾ ਦੀ ਪਰਤ ਆ ਉਹਨੂੰ ਕਹਿੰਦੇ ਆ ਟ੍ਰੋਪੋਸਫੀਅਰ। ਠੀਕ ਹੈ, ਉਸ ਤੋਂ ਉੱਪਰਲੇ ਨੂੰ ਕੀ ਕਹਿੰਦੇ ਆ? ਸਟ੍ਰੇਟੋਸਫੀਅਰ। ਮੈਂ ਕੱਲਾ ਸਟ੍ਰੇਟੋ ਹੀ ਲਿਖ ਰਹੀ ਹਾਂ, ਸਟ੍ਰੇਟੋਸਫੀਅਰ। ਉਸ ਤੋਂ ਉੱਪਰ ਮੀਜ਼ੋ, ਉਸ ਤੋਂ ਉੱਪਰ ਥਰਮੋ, ਤੇ ਸਭ ਤੋਂ ਉੱਪਰ ਕਿਹੜੀ ਹੁੰਦੀ ਆ ਐਂਡ ਤੇ? ਐਕਸੋਸਫੀਅਰ। ਇਹ ਹੈਗੀਆਂ ਨੇ ਐਟਮੋਸਫੇਅਰ ਦੀਆਂ ਲੇਅਰਸ। ਜੇ ਆਪਾਂ ਗੱਲ ਕਰੀਏ ਟ੍ਰੋਪੋਸਫੀਅਰ ਦੇ ਵਿੱਚ ਕੀ ਹੁੰਦਾ ਵਾ? ਕਲਾਊਡਸ, ਬੱਦਲ ਵਗੈਰਾ ਸਾਰੇ ਕੀ ਹੁੰਦੇ ਆ? ਟ੍ਰੋਪੋਸਫੀਅਰ ਦੇ ਵਿੱਚ ਹੁੰਦੇ ਆ। ਠੀਕ ਹੈ, ਉਸ ਤੋਂ ਉੱਪਰ ਸਟ੍ਰੇਟੋਸਫੀਅਰ, ਇਹਦੇ ਵਿੱਚ ਕੀ ਆ? ਓਜ਼ੋਨ ਲੇਅਰ ਹੁੰਦੀ ਆ। ਠੀਕ ਹੈ, ਪਲੱਸ ਇਹਦੇ ਵਿੱਚ ਹੀ ਜਹਾਜ਼ ਵਗੈਰਾ ਉੱਡਦੇ ਆ। ਕਿਉਂ ਜਹਾਜ਼ ਉੱਡਦੇ? ਕਿਉਂਕਿ ਇੱਥੇ ਕਲਾਊਡਸ ਨਹੀਂ ਹੁੰਦੇ ਗੇ। ਤੇ ਜਹਾਜ਼ ਹੋਰ ਕਿੱਥੇ ਵੀ ਉੱਡਦੇ ਆ? ਟ੍ਰੋਪੋਸਫੀਅਰ 'ਚ ਵੀ ਉੱਡ ਖੜਦੇ ਆ, ਬਟ ਬੱਦਲਾਂ ਤੋਂ ਬਿਲਕੁਲ ਉੱਪਰ ਵਾਲੇ ਏਰੀਆ 'ਚ। ਠੀਕ ਹੈ, ਬਟ ਜੇ ਆਪਾਂ ਨੂੰ ਆਪਸ਼ਨ ਹੋਵੇ ਕਿ ਜਹਾਜ਼ ਕਿਹੜੀ ਲੇਅਰ 'ਚ ਉੱਡਦੇ ਤਾਂ ਆਪਾਂ ਸਟ੍ਰੇਟੋਸਫੀਅਰ ਤੇ ਆਨਸਰ ਟਿਕ ਕਰਨਾ। ਠੀਕ ਹੈ, ਉਸ ਤੋਂ ਉੱਪਰ ਮੀਜ਼ੋਸਫੀਅਰ, ਇਹਦੇ ਵਿੱਚ ਕੀ ਹੈ? ਮੈਟਰੋਜ਼, ਜਾਣੀ ਕਿ ਉਲਕਾ ਪਿੰਡ ਵਗੈਰਾ ਇਹਦੇ 'ਚ ਹੁੰਦੇ ਆ। ਠੀਕ ਹੈ, ਅੱਗੇ ਥਰਮੋਸਫੀਅਰ, ਥਰਮੋਸਫੀਅਰ ਦੇ ਵਿੱਚ ਕੀ? ਇਹ ਗਰਮ ਬਹੁਤ ਹੁੰਦਾ ਵਾ। ਠੀਕ ਹੈ, ਇਹਦੇ ਵਿੱਚ ਕੀ ਆ? ਸੈਟੇਲਾਈਟਸ ਵਗੈਰਾ ਹੁੰਦੇ ਆ ਆਪਣੇ, ਤੇ ਇਹਦੇ ਵਿੱਚ ਹੀ ਆਪਣਾ ਆਈਨੋਸਫੀਅਰ ਵੀ ਹੁੰਦਾ ਵਾ, ਆਈਨੋਸਫੀਅਰ। ਠੀਕ ਹੈ, ਤੇ ਐਕਸੋਸਫੀਅਰ ਦੀ ਗੱਲ ਕਰੀਏ ਇਹ ਕੀ ਆ? ਇਸ ਤੋਂ ਬਾਅਦ ਕੀ ਆ? ਆਪਾਂ ਕੀ ਆ? ਅਰਥ ਦੇ ਗ੍ਰੈਵਿਟੇਸ਼ਨਲ ਪੁੱਲ ਤੋਂ ਬਾਹਰ ਹੋ ਜਾਂਦੇ ਆ। ਠੀਕ ਹੈ, ਤੇ ਸਪੇਸ ਦੇ ਵਿੱਚ ਐਗਜ਼ਿਟ ਕਰ ਜਾਂਦੇ, ਤਾਂ ਉਹਨੂੰ ਐਕਸੋਸਫੀਅਰ ਕਹਿੰਦੇ ਆ। ਠੀਕ ਹੈ, ਇੱਥੇ ਆਪਣੇ ਸਪੇਸ ਸਟੇਸ਼ਨ ਵਗੈਰਾ ਹੁੰਦੇ ਆ, ਰਿਸਰਚ ਸਟੇਸ਼ਨ ਵਗੈਰਾ ਜੋ ਵੀ ਸਪੇਸ ਸਟੇਸ਼ਨ ਹੁੰਦੇ ਆ ਉਹ ਇੱਥੇ ਹੁੰਦੇ ਆ। ਤਾਂ ਇਹ ਆਪਣੇ ਪੁਆਇੰਟ ਸੀਗੇ। ਅੱਗੇ ਦੇਖੋ ਕੀ ਪੁੱਛਿਆ ਵਾ, ਕਹਿੰਦੇ ਕਿ ਕਿਹੜੀ ਲੇਅਰ ਆ ਜਿਹਦੇ 'ਚ ਕੀ ਹਾਈਟ ਵਧਣ ਟੈਂਪਰੇਚਰ ਵੱਧਦਾ ਵਾ, ਹੈ ਨਾ? ਉਹ ਲੇਅਰ ਹੈਗੀ ਹੈ ਸਟ੍ਰੇਟੋਸਫੀਅਰ। ਕਿਉਂ? ਕਿਉਂਕਿ ਇਹਦੇ 'ਚ ਓਜ਼ੋਨ ਪਰਤ ਹੁੰਦੀ ਆ। ਓਜ਼ੋਨ ਪਰਤ ਦਾ ਕੰਮ ਕੀ ਹੁੰਦਾ ਵਾ?
ਕਿ ਸੂਰਜ ਤੋਂ ਆਉਣ ਵਾਲੀਆਂ UV ਰੇਜ਼ ਨੂੰ ਐਬਜ਼ੌਰਬ ਕਰਨਾ, ਉਹਨੂੰ ਐਬਜ਼ੌਰਬ ਕਰਕੇ ਕੀ ਗਰਮ ਹੋ ਜਾਂਦੀ ਹੈ, ਸੋ ਇਸ ਕਰਕੇ ਇਹਦਾ ਟੈਂਪਰੇਚਰ ਕੀ ਹੈ, ਜ਼ਿਆਦਾ ਹੁੰਦਾ ਵਾ। ਤਾਂ ਇਹਦਾ ਰਾਈਟ ਆਂਸਰ ਕੀ ਆ, ਸਟ੍ਰੇਟੋਸਫੀਅਰ। ਠੀਕ ਹੈ, ਇਹ ਚੀਜ਼ ਆ। ਇੱਕ ਚੀਜ਼ ਹੋਰ ਕਿ ਇਹ ਜਿਹੜੇ ਕੁਐਸਚਨਸ ਮੈਂ ਕਰਵਾ ਰਹੀ ਹਾਂ ਇਹ ਸਾਰੇ PDF ਫਾਰਮ ਦੇ ਵਿੱਚ ਤੁਹਾਨੂੰ ਸਾਡੀ ਐਪ 'ਤੇ ਮਿਲ ਜਾਣਗੇ। ਠੀਕ ਹੈ, ਇਹ ਫਿਜ਼ੀਕਲ ਜਿਓਗ੍ਰਾਫੀ ਦੀ, ਇਸ ਤੋਂ ਇਲਾਵਾ ਸਾਰੇ ਤਰ੍ਹਾਂ ਦੀ ਜਿਓਗ੍ਰਾਫੀ, ਹਿਸਟਰੀ, ਪੋਲਿਟੀ, ਇਕੋਨਮੀ, ਹਰ ਸਬਜੈਕਟ ਦੇ ਜਿਹੜੇ ਕੁਐਸਚਨ ਸੀ ਉਹਨਾਂ ਨੂੰ PDF ਦੀ ਫਾਰਮ ਦੇ ਵਿੱਚ ਦਿੱਤਾ ਗਿਆ ਵਾ। ਠੀਕ ਹੈ, 8000 ਪਲੱਸ MCQs ਨੇ ਜਿਹੜੇ ਕਿ PPSC ਦੇ ਐਗਜ਼ਾਮ ਦੇ ਲਈ ਬਹੁਤ ਹੀ ਯੂਜ਼ਫੁਲ ਨੇ। ਠੀਕ ਹੈ, ਇਸ ਤੋਂ ਇਲਾਵਾ ਤੁਸੀਂ PSSB ਤੇ ਹੋਰ ਐਗਜ਼ਾਮਸ ਦੇ ਲਈ ਵੀ ਇਹਨਾਂ ਨੂੰ ਪੜ੍ਹ ਸਕਦੇ ਹੋ। ਠੀਕ ਹੈ, ਤੇ ਨਾਲ ਹੀ PPSC ਜੋ ਐਗਜ਼ਾਮ ਆ ਰਿਹਾ ਨਾਇਬ ਤਹਿਸੀਲਦਾਰ, ਠੀਕ ਹੈ, ਨਾਇਬ ਤਹਿਸੀਲਦਾਰ ਦੀ ਟੈਸਟ ਸੀਰੀਜ਼ ਵੀ ਐਪ ਦੇ ਉੱਪਰ ਅਵੇਲੇਬਲ ਹੈਗੀ, ਉਹ ਵੀ ਬਾਏ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਵੀਡੀਓ ਕੋਰਸਿਸ ਵੀ ਨੇ ਜੋ ਕਿ ਪੰਜਾਬ ਪੁਲਿਸ ਤੇ PSSB ਦੇ ਸਾਰੇ ਐਗਜ਼ਾਮਸ ਲਈ ਕੰਮ ਆਉਣਗੇ। ਵੀਡੀਓ ਕੋਰਸਿਸ ਦੇ ਵਿੱਚ ਮੈਥ, ਰੀਜ਼ਨਿੰਗ, GK, ਇੰਗਲਿਸ਼, ਪੰਜਾਬੀ, ਕੰਪਿਊਟਰ ਸਾਰਾ ਕੁਝ ਕਵਰ ਕਰਾਇਆ ਗਿਆ ਵਾ। ਈਵਨ ਕਿ ਸੋਲੋ ਕੋਰਸਿਸ ਵੀ ਨੇ, ਮਤਲਬ ਤੁਹਾਡਾ ਜੇ ਕੋਈ ਇੱਕ ਸਬਜੈਕਟ ਵੀਕ ਹੈ, ਮੰਨ ਲਓ ਕੱਲਾ ਮੈਥ ਵੀਕ ਹੈ ਤਾਂ ਕੱਲਾ ਮੈਥ ਦਾ ਕੋਰਸ ਬਾਏ ਕਰ ਸਕਦੇ ਹੋ। ਜੇ ਕੱਲੀ GK ਵੀਕ ਹੈ, ਕੱਲਾ GK ਦਾ ਕੋਰਸ ਬਾਏ ਕਰ ਸਕਦੇ ਹੋ। ਤਾਂ ਸੋਲੋ ਕੋਰਸ ਵੀ ਅਵੇਲੇਬਲ ਨੇ। ਸੋ ਹੁਣ ਕੰਟੀਨਿਊ ਕਰਦੇ ਹਾਂ ਨੈਕਸਟ ਕੁਐਸਚਨ। ਇਕੋਲੋਜੀਕਲ ਸਿਸਟਮ ਕੀ ਹੁੰਦਾ ਵਾ? ਠੀਕ ਹੈ, ਤਾਂ ਇਕੋਲੋਜੀਕਲ ਸਿਸਟਮ ਕੀ ਹੁੰਦਾ? ਦੇਖੋ, ਇਕੋਲੋਜੀਕਲ ਸਿਸਟਮ ਹੁੰਦਾ ਵਾ ਜਿਹ 'ਚ ਕੀ ਮਤਲਬ ਕੋਈ ਵੀ ਲਿਵਿੰਗ ਚੀਜ਼ਾਂ ਜਿਵੇਂ ਕਿ ਪੌਦੇ, ਜਾਨਵਰ, ਠੀਕ ਹੈ, ਸਾਰੇ ਲਿਵਿੰਗ ਚੀਜ਼ਾਂ, ਲਿਵਿੰਗ ਜਾਣੀ ਕਿ ਬਾਇਓਟਿਕ, ਠੀਕ ਹੈ, ਇਹ ਕਿ ਨॉन ਲਿਵਿੰਗ ਨਾਲ ਇੰਟਰੈਕਟ ਕਰਦੀਆਂ। ਨॉन ਲਿਵਿੰਗ ਜਾਣੀ ਕਿ ਹਵਾ, ਪਾਣੀ, ਮਿੱਟੀ, ਠੀਕ ਹੈ, ਨॉन ਲਿਵਿੰਗ ਜਾਣੀ ਕਿ ਅਬਾਇਓਟਿਕ ਚੀਜ਼ਾਂ ਨਾਲ ਇੰਟਰੈਕਟ ਕਰਦੀਆਂ, ਇਹਦੀ ਸਟੱਡੀ ਹੁੰਦੀ ਆ। ਠੀਕ ਹੈ, ਇਕੋਲੋਜੀ ਤੇ ਸਿਸਟਮ ਨੂੰ ਕਹਿੰਦੇ ਆ ਇਕੋਲੋਜੀਕਲ ਸਿਸਟਮ। ਤਾਂ ਇਹ 'ਚ ਜਿਉਂਦੇ ਜਾਗਦੇ ਚੀਜ਼ਾਂ ਦੀ ਵੀ ਗੱਲ ਹੋ ਰਹੀ ਨਾ, ਜਿਹ 'ਚ ਜਿਉਂਦੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ, ਲਿਵਿੰਗ ਚੀਜ਼ਾਂ ਦੀ ਗੱਲ ਹੋ ਰਹੀ, ਸਿਸਟਮ ਕਿਹੜਾ ਹੁੰਦਾ ਵਾ? ਬਾਇਓਲੋਜੀਕਲ ਸਿਸਟਮ। ਠੀਕ ਹੈ, ਇਹ ਸੀਗਾ ਬਾਇਓਲੋਜੀਕਲ ਸਿਸਟਮ। ਬਾਇਓਲੋਜੀਕਲ ਸਿਸਟਮ ਕੀ ਆ? ਜਿਹ 'ਚ ਕੀ ਆ? ਲਿਵਿੰਗ ਆਰਗੇਨਿਜ਼ਮ, ਪਲਾਂਟ, ਐਨੀਮਲ, ਠੀਕ ਹੈ, ਮਾਈਕਰੋਬਸ ਮਤਲਬ ਬੈਕਟੀਰੀਆ ਵਗੈਰਾ ਕਿਸੇ ਤਰ੍ਹਾਂ ਦੇ, ਉਹ ਕੀ ਆ? ਹਵਾ, ਪਾਣੀ, ਮਿੱਟੀ ਨਾਲ ਇੰਟਰੈਕਟ ਕਰਦੇ ਆ। ਠੀਕ ਹੈ, ਇਹ ਚੀਜ਼ ਆ। ਅੱਗੇ ਦੇਖੋ, ਆਫਟਰ which one of the following tribes of India has a large continent of ancient geological history of the world been named? ਕਹਿੰਦੇ ਇਹ ਹਿਸਟਰੀ 'ਚ ਇੱਕ ਜਗ੍ਹਾ ਵਾ, ਕੰਟੀਨੈਂਟ ਆ, ਉਹਦਾ ਨਾਮ ਇਹਨਾਂ 'ਚੋਂ ਕਿਹੜੀ ਟਰਾਈਬ ਦੇ ਨਾਮ ਤੇ ਰੱਖਿਆ ਗਿਆ ਵਾ? ਠੀਕ ਹੈ, ਤਾਂ ਦੇਖੋ ਉਹ ਜਿਹੜਾ ਹੈਗਾ ਵਾ ਕੰਟੀਨੈਂਟ, ਉਹਦਾ ਨਾਮ ਹੈਗਾ ਵਾ ਗੋਂਡਵਾਨਾ। ਠੀਕ ਹੈ, ਗੋਂਡਵਾਨਾ, ਜਿਹਨੂੰ ਪਹਿਲਾਂ ਗੋਂਡਵਾਨਾ ਲੈਂਡ ਵੀ ਕਹਿੰਦੇ ਸੀ, ਇਹਦਾ ਜਿਹੜਾ ਨਾਮ ਆ ਇੰਡੀਆ ਦੀ ਗੋਂਡ ਟਰਾਈਬ ਦੇ ਉੱਪਰ ਰੱਖਿਆ ਗਿਆ ਵਾ। ਠੀਕ ਹੈ, ਇਹ ਕੀ ਸੀ ਪਹਿਲਾਂ? ਕੀ ਸੀਗਾ ਇਹ? ਕੀ ਆ? ਐਂਟਾਰਕਟਿਕਾ, ਸਾਊਥ ਅਫਰੀਕਾ, ਅਮਰੀਕਾ, ਮੈਡਾਗਾਸਕਰ, ਠੀਕ ਹੈ, ਇਹਨਾਂ ਏਰੀਆਜ਼ ਨੂੰ ਮਿਲਾ ਕੇ ਗੋਂਡਵਾਨਾ ਲੈਂਡ ਬਣਦੀ ਸੀਗੀ, ਜਿਹੜਾ ਕਿ ਇੰਡੀਆ ਦੀ ਗੋਂਡ ਟਰਾਈਬ ਦੇ ਨਾਮ ਦੇ ਉੱਪਰ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਇੱਥੇ ਹੋਰ ਵੀ ਟਰਾਈਬਸ ਨਾਮ ਨੇ, ਜਿਵੇਂ ਸੰਥਾਲਸ, ਬੀਲਸ, ਮੂਰੀਆਸ, ਠੀਕ ਹੈ, ਮੂਰੀਆਜ਼ ਆ, ਮਾਰੀਆਸ ਨਹੀਂ ਗਾ, ਮੂਰੀਆਜ਼ ਆ। ਠੀਕ ਹੈ, ਤਾਂ ਇਹ ਕਿੱਥੋਂ ਬਿਲੋਂਗ ਕਰਦੀਆਂ? ਤਾਂ ਦੇਖੋ ਜਿਹੜੀ ਸੰਥਾਲ ਟਰਾਈਬ ਆ ਇਹ ਵੀ ਇੰਡੀਆ ਦੀ ਆ, ਇਹ ਇੰਡੀਆ ਦੇ ਝਾਰਖੰਡ ਨੂੰ ਬਿਲੋਂਗ ਕਰਦੀ ਆ। ਠੀਕ ਹੈ, ਸਾਰੇ ਕੁਐਸਚਨ ਮੈਂ ਨਾਲ ਪੰਜਾਬੀ 'ਚ ਐਕਸਪਲੇਨ ਕਰ ਰਹੀ ਹਾਂ। ਤੇ ਇਸ ਤੋਂ ਇਲਾਵਾ ਜਿਹੜੀ ਮੂਰੀਆ ਟਰਾਈਬ ਆ ਇਹ ਇੰਡੀਆ ਦੇ ਛੱਤੀਸਗੜ੍ਹ ਨੂੰ ਬਿਲੋਂਗ ਕਰਦੀ ਆ, ਛੱਤੀਸਗੜ੍ਹ ਨੂੰ ਬਿਲੋਂਗ ਕਰਦੀ ਆ। ਤੇ ਭੀਲ ਟਰਾਈਬ ਇੰਡੀਆ ਦੇ ਕਾਫੀ ਸਾਰੇ ਸਟੇਟਸ ਦੇ ਵਿੱਚ ਪਾਈ ਜਾਂਦੀ ਆ। ਠੀਕ ਹੈ, ਅੱਗੇ ਜੇ ਹੁਣ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਛਦੀ ਹਾਂ ਕਿ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਟਰਾਈਬਲ ਪਾਪੂਲੇਸ਼ਨ ਕਿਹੜੀ ਸਟੇਟ ਦੀ ਆ? ਠੀਕ ਹੈ, ਟਰਾਈਬਲ ਪਾਪੂਲੇਸ਼ਨ, ਆਦੀਵਾਸੀ ਲੋਕ ਇੰਡੀਆ ਦੇ ਵਿੱਚ ਸਭ ਤੋਂ ਵੱਧ ਕਿਹੜੇ ਸੂਬੇ 'ਚ ਰਹਿੰਦੇ ਆ? ਤਾਂ ਇਹ ਤੁਸੀਂ ਗੈਸ ਕਰਨਾ ਵਾ, ਜੇ ਪਤਾ ਹੋਵੇ ਪਹਿਲਾਂ ਹੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ, ਤਾਂ ਸਭ ਤੋਂ ਜ਼ਿਆਦਾ ਟਰਾਈਬਲ ਪਾਪੂਲੇਸ਼ਨ ਇੰਡੀਆ ਦੇ ਵਿੱਚ MP 'ਚ ਬਿਲੋਂਗ ਕਰਦੀ ਆ, ਮੱਧ ਪ੍ਰਦੇਸ਼। ਠੀਕ ਹੈ, ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਫੋਰੈਸਟ ਕਵਰ ਵੀ ਸਭ ਤੋਂ ਜ਼ਿਆਦਾ ਕਿਹੜੀ ਸਟੇਟ ਦਾ ਵਾ? MP ਦਾ ਵਾ। ਫੋਰੈਸਟ ਵੀ ਜ਼ਿਆਦਾ ਵਾ ਤੇ ਫੋਰੈਸਟ 'ਚ ਰਹਿਣ ਵਾਲੇ ਆਦੀਵਾਸੀ ਲੋਕ ਵੀ ਜ਼ਿਆਦਾ ਵਾ MP ਦੇ। ਅਗਲਾ ਕੁਐਸਚਨ ਆਪਾਂ ਕਰਦੇ ਹਾਂ, ਦ ਕਲਰ ਆਫ ਲੋਮੀ ਸੋਇਲ। ਕਹਿੰਦੇ ਲੋਮੀ ਸੋਇਲ ਦਾ ਰੰਗ ਕੀ ਹੁੰਦਾ? ਹੁਣ ਲੋਮੀ ਸੋਇਲ ਕਿਹੜੀ ਹੁੰਦੀ ਆ? ਲੋਮੀ ਸੋਇਲ ਹੁੰਦੀ ਆ ਦੋਮਟ ਮਿੱਟੀ। ਦੋਮਟ ਮਿੱਟੀ, ਲੋਮੀ ਸੋਇਲ। ਠੀਕ ਹੈ, ਇਹਦਾ ਕਲਰ ਹੁੰਦਾ ਜਾਂ ਤਾਂ ਬਲੈਕ ਬਰਾਊਨ ਜਾਂ ਫਿਰ ਗ੍ਰੇ। ਠੀਕ ਹੈ, ਇਹ ਦੋਵੇਂ ਇਹਦੇ ਕਲਰ ਹੁੰਦੇ ਆ। ਇਹ ਜਿਹੜੀ ਕਲਰ ਆ, ਇਹ ਜਿਹੜੀ ਮਿੱਟੀ ਆ, ਇਹ ਕੀ ਆ? ਗਾਰਡਨਸ ਵਗੈਰਾ ਦੇ ਲਈ ਯੂਜ਼ ਕੀਤੀ ਜਾਂਦੀ ਆ। ਠੀਕ ਹੈ, ਬਾਗਬਾਨੀ ਦੇ ਲਈ ਇਹ ਮਿੱਟੀ ਕੀ ਆ? ਯੂਜ਼ ਕੀਤੀ ਜਾਂਦੀ ਹੈ। ਬਿਲਕੁਲ ਪਰਫੈਕਟ ਕੰਬੀਨੇਸ਼ਨ ਆ। ਠੀਕ ਹੈ, ਤੇ ਇਸ ਤੋਂ ਇਲਾਵਾ ਅੱਗੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਕੁਐਸਚਨ ਪੁੱਛਿਆ ਗਿਆ ਸੀ ਬਲੈਕ ਸੋਇਲ ਬਾਰੇ। ਪਰ ਤੁਸੀਂ ਯਾਦ ਰੱਖਣਾ ਕਾਲੀ ਮਿੱਟੀ। ਕਾਲੀ ਮਿੱਟੀ ਕਾਹਦੀ ਖੇਤੀ ਲਈ ਫੇਮਸ ਆ? ਇਹ ਫੇਮਸ ਹੈਗੀ ਆ ਕਪਾਹ ਦੀ ਖੇਤੀ ਲਈ। ਠੀਕ ਹੈ, ਪਾਈ ਕਿੱਥੇ ਜਾਂਦੀ? ਗੁਜਰਾਤ ਵਗੈਰਾ ਦੇ ਇਲਾਕਿਆਂ ਜਿੱਥੇ ਕਪਾਹ ਜ਼ਿਆਦਾ ਹੁੰਦੀ ਹੈ। ਹੁਣ ਇਸ ਮਿੱਟੀ ਦੀ ਖਾਸ ਗੱਲ ਕੀ ਆ ਕਿ ਇਹ ਮਿੱਟੀ ਜਦੋਂ ਤਾਂ ਗਿੱਲੀ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਗਿੱਲੀ ਹੋ ਜਾਂਦੀ ਹੈ, ਜਦੋਂ ਡਰਾਈ ਹੁੰਦੀ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਆ। ਸੋ ਇਹਦੇ 'ਚ ਪਾਣੀ ਖੜਾ ਨਹੀਂ ਰਹਿਣ ਦੇਣਾ ਹੁੰਦਾ ਗਾ। ਠੀਕ ਹੈ, ਜ਼ਿਆਦਾ ਟਾਈਮ ਤੱਕ ਜਾਂ ਜ਼ਿਆਦਾ ਅਮਾਊਂਟ 'ਚ ਪਾਣੀ ਖੜਾ ਨਹੀਂ ਰਹਿਣਾ। ਇਹ 'ਚ ਪਾਣੀ ਕੀ ਡਰੇਨ ਕਰਨਾ ਪੈਂਦਾ, ਇਹਦੇ ਵਿੱਚੋਂ ਨਿਕਾਸੀ ਕਰਨੀ ਪੈਂਦੀ ਹੈ, ਪਾਣੀ ਕੀ ਡਰੇਨ ਕਰਨਾ ਪੈਂਦਾ, ਡਰੇਨੇਜ ਕਰਨੀ ਪੈਂਦੀ ਹੈ।
ਕਿਉਂਕਿ ਜੇ ਡਰੇਨੇਜ ਨਾ ਕਰੀਏ ਤਾਂ ਪੌਦਿਆਂ ਦੀ ਜੜ੍ਹਾਂ ਕੋਲੇ ਪਾਣੀ ਜ਼ਿਆਦਾ ਖੜਾ ਰਹਿੰਦਾ ਵਾ, ਬਹੁਤ ਜ਼ਿਆਦਾ ਵੈਟ ਹੁੰਦੀ ਆ ਤੇ ਪੌਦਿਆਂ ਦੀ ਜੜ੍ਹਾਂ ਨੂੰ ਆਕਸੀਜਨ ਨਹੀਂ ਮਿਲਦੀ ਗੀ, ਠੀਕ ਹੈ। ਇਸ ਕਰਕੇ ਕੀ ਆ, ਫਸਲ ਖਰਾਬ ਹੋ ਜਾਂਦੀ ਆ। ਇਸ ਕਰਕੇ ਬਲੈਕ ਸੋਇਲ ਦੀ ਨਿਕਾਸੀ ਕਰਨੀ ਬਹੁਤ ਜ਼ਰੂਰੀ ਹੈ। ਤਾਂ ਬਲੈਕ ਸੋਇਲ ਬਾਰੇ ਕੁਐਸਚਨ ਕਾਹਦੇ ਲਈ ਫੇਮਸ ਆ? ਕਪਾਹ ਦੀ ਖੇਤੀ ਲਈ। ਕਿੱਥੇ ਮਿਲਦੀ ਹੈ? ਗੁਜਰਾਤ ਵਗੈਰਾ ਦੇ ਇਲਾਕਿਆਂ 'ਚ। ਤੇ ਜੇ ਪੁੱਛਣ ਕਿ ਨਿਕਾਸੀ ਜਾਂ ਡਰੇਨੇਜ ਕਿਹੜੀ ਮਿੱਟੀ ਦੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਤਾਂ ਹੈਗੀ ਬਲੈਕ ਸੋਇਲ। ਅੱਗੇ ਹੁਣ ਦੇਖੋ ਲੋਮੀ ਸੋਇਲ, ਹੈ ਨਾ। ਲੋਮੀ ਸੋਇਲ ਕੀ ਆ? ਗਾਰਡਨਿੰਗ ਵਗੈਰਾ ਦੇ ਲਈ ਆਈਡੀਅਲ ਆ, ਠੀਕ ਹੈ, ਆਈਡੀਅਲ ਫॉर ਗਾਰਡਨਸ। ਤੇ ਇਹ ਕੀ ਆ? ਬਣੀ ਹੁੰਦੀ ਹੈ ਸੈਂਡ, ਸਿਲਟ, ਕਲੇ, ਸਾਰਿਆਂ ਦਾ ਇੱਕ ਪਰਫੈਕਟ ਕੰਬੀਨੇਸ਼ਨ, ਨਾ ਬਹੁਤੀ ਰੇਤਲੀ ਹੈ ਨਾ ਬਹੁਤੀ ਚੀਕਣੀ ਆ, ਠੀਕ ਹੈ। ਅੱਗੇ ਦੇਖਦੇ ਹਾਂ, ਵਿਚ ਇਜ਼ ਦਾ ਇੰਟਰਵਲ ਬਿਟਵੀਨ ਅ ਹਾਈ ਟਾਈਡ ਐਂਡ ਨੀਪ ਟਾਈਡ। ਕਹਿੰਦੇ ਹਾਈ ਟਾਈਡ ਤੇ ਨੀਪ ਟਾਈਡ ਦੇ ਵਿੱਚ ਕਿੰਨਾ ਸਮਾਂ ਹੁੰਦਾ? ਤਾਂ ਪਹਿਲਾਂ ਆਪਾਂ ਸਿੱਧਾ ਦੇਖ ਲਈਏ, ਹਾਈ ਟਾਈਡ ਤੇ ਨੀਪ ਟਾਈਡ ਦੇ ਵਿੱਚ ਤਕਰੀਬਨ 12.5 ਘੰਟੇ ਦਾ ਸਮਾਂ, ਯਾਨੀ ਕਿ 12 ਘੰਟੇ 26 ਮਿੰਟ ਦਾ ਸਮਾਂ ਹੁੰਦਾ। ਹੁਣ ਆਪਾਂ ਦੇਖਦੇ ਹਾਂ ਟਾਈਡਸ ਹੁੰਦੀਆਂ ਕੀ ਆ। ਟਾਈਡਸ ਹੁੰਦੇ ਆ ਜਵਾਰ ਭਾਟਾ, ਠੀਕ ਹੈ। ਕੀ ਹੁੰਦਾ ਵਾ? ਜਿਹੜਾ ਤਾਂ ਜਿਹੜਾ ਮੂਨ ਆ, ਮੂਨ ਦੀ ਗ੍ਰੈਵੀਟੇਸ਼ਨਲ ਪੁੱਲ ਕੀ ਆ? ਸਮੁੰਦਰ ਦੇ ਪਾਣੀ ਨੂੰ ਕੀ ਉੱਪਰ ਵੱਲ ਨੂੰ ਖਿੱਚਦੀ ਆ, ਠੀਕ ਹੈ। ਤਾਂ ਇਹ ਚੀਜ਼ ਹੁੰਦੀ ਟਾਈਡਸ, ਠੀਕ ਹੈ। ਤਾਂ ਹੁਣ ਟਾਈਡਸ ਦੇ ਵਿੱਚ ਕਿ ਜਦੋਂ ਪਾਣੀ ਬਹੁਤ ਉੱਪਰ ਜਾਂਦਾ ਵਾ ਉਹਨੂੰ ਆਪਾਂ ਕਹਿੰਦੇ ਆ ਹਾਈ ਟਾਈਡ, ਜਦੋਂ ਬਿਲਕੁਲ ਆਪਦੇ ਲੋ ਪੁਆਇੰਟ ਚਲੇ ਜਾਂਦਾ ਉਹਨੂੰ ਆਪਾਂ ਕਹਿੰਦੇ ਆ ਲੋ ਟਾਈਡ, ਠੀਕ ਹੈ। ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਆ, ਮੂਨ ਦੀ ਗ੍ਰੈਵੀਟੇਸ਼ਨਲ ਪੁੱਲ ਕਰਕੇ ਹੁੰਦੀ ਆ। ਤੇ ਅੱਗੇ ਦੇਖਦੇ ਹਾਂ ਸਿਜ਼ਮਿਕ ਸੀ ਵੇਵਸ, ਠੀਕ ਹੈ। ਸਿਜ਼ਮਿਕ ਸੀ ਵੇਵਸ, ਸਿਜ਼ਮਿਕ ਸੀ ਵੇਵਸ ਵਿੱਚ ਅਪਰੋਚ ਦਾ ਕੋਸਟਸ ਐਟ ਗ੍ਰੇਟਰ ਫੋਰਸ, ਜਿਹੜੀਆਂ ਬਹੁਤ ਤੇਜ਼ੀ ਨਾਲ ਵਗਦੀਆਂ ਵਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਦੇਖੋ ਸਿਜ਼ਮਿਕ, ਤੁਹਾਨੂੰ ਪਤਾ ਹੀ ਹੈ ਸਿਜ਼ਮਿਕ ਪੁਆਇੰਟ ਕੀ ਹੁੰਦਾ ਵਾ। ਸਿਜ਼ਮਿਕ ਪੁਆਇੰਟ ਹੁੰਦਾ ਉਹ ਕੇਂਦਰ ਜਿੱਥੋਂ ਭੂਚਾਲ ਆਉਂਦਾ, ਹੈ ਅਰਥਕਵੇਕ ਦਾ ਸੈਂਟਰ, ਜਿੱਥੋਂ ਭੂਚਾਲ ਐਵੇਂ ਅੱਗੇ ਵੱਲ ਨੂੰ ਵੱਧਦਾ ਵਾ, ਹੈ ਉਹ ਹੁੰਦਾ ਸਿਜ਼ਮਿਕ ਸੈਂਟਰ। ਤਾਂ ਹੁਣ ਦੇਖੋ ਉਹੀ ਭੂਚਾਲ ਹੁਣ ਸਮੁੰਦਰ 'ਚ ਆ ਗਿਆ, ਸਿਜ਼ਮਿਕ ਸੀ ਵੇਵਸ। ਤਾਂ ਹੁਣ ਆਪਾਂ ਕੀ ਕਵਾਂਗੇ? ਸੁਨਾਮੀ। ਟੀ ਸਾਇਲੈਂਟ ਹੁੰਦੀ, ਠੀਕ ਹੈ, ਸੁਨਾਮੀ ਟੀ ਤੇ ਪੈਂਦਾ। ਤਾਂ ਇਹਦੀ ਐਕਸਪਲੇਨੇਸ਼ਨ ਹੈ, ਸਕਰੀਨਸ਼ਾਟ ਲੈ ਸਕਦੇ ਹਾਂ। ਇਵੇਂ ਹੀ ਸਾਡੇ ਜਿਹੜਾ PDF ਉਹਦੇ ਵਿੱਚ ਹਰ ਕੁਐਸਚਨ ਨੂੰ ਐਕਸਪਲੇਨ ਕੀਤਾ ਹੋਇਆ, ਠੀਕ ਹੈ। ਵਿਚ ਵਨ ਦਾ ਫੋਲੋਇੰਗ ਇਜ਼ ਕੋਲਡ ਓਸ਼ਨ ਕਰੰਟ। ਕੋਲਡ ਓਸ਼ਨ ਕਰੰਟ ਕਿਹੜਾ ਵਾ? ਕੋਲਡ ਓਸ਼ਨ ਕਰੰਟ ਹੁੰਦਾ ਵਾ, ਠੀਕ ਹੈ। ਕੋਲਡ ਓਸ਼ਨ ਕਰੰਟਸ ਕਿਹੜੀਆਂ ਹੁੰਦੀਆਂ ਵਾ? ਕੋਲਡ ਓਸ਼ਨ ਕਰੰਟਸ ਉਹ ਹੁੰਦੀਆਂ ਜਿਹੜੀਆਂ, ਇਹ ਲਹਿਰਾਂ ਹੀ ਆ ਸਮੁੰਦਰ ਦੀਆਂ, ਜਿਹੜੀਆਂ ਹਾਈ ਤੋਂ ਲੋ ਲੈਟੀਟਿਊਡ ਵੱਲ ਚੱਲਦੀਆਂ, ਕਿ ਹਾਈ ਤੋਂ ਲੋ ਲੈਟੀਟਿਊਡ ਵੱਲ ਚੱਲਦੀਆਂ, ਜਾਣੀ ਕਿ ਜਿਹੜੀਆਂ ਕੀ ਆ ਇਕੁਏਟਰ ਵੱਲ ਜਾਂਦੀਆਂ, ਟੂਵਰਡਸ ਇਕੁਏਟਰ, ਟੂਵਰਡਸ ਇਕੁਏਟਰ, ਠੀਕ ਹੈ। ਇਹ ਸੀਗੀਆਂ ਕੋਲਡ ਓਸ਼ਨ ਕਰੰਟ। ਇਸ ਤੋਂ ਇਲਾਵਾ ਹੁੰਦੀਆਂ ਇੱਕ ਵਾਰਮ ਓਸ਼ਨ ਕਰੰਟ, ਠੀਕ ਹੈ। ਵਾਰਮ ਓਸ਼ਨ ਕਰੰਟਸ ਉਹ ਕਹਿੰਦੇ ਬਿਲਕੁਲ ਇਹਦਾ ਆਪੋਜ਼ਿਟ ਹੁੰਦੀਆਂ, ਉਹ ਕਹਿੰਦੇ ਲੋ ਤੋਂ ਹਾਈ ਵੱਲ ਜਾਂਦੇ, ਠੀਕ ਹੈ। ਤੇ ਇਕੱਲਾ ਇਹ ਵੀ ਪੁੱਛ ਲੈਂਦੇ ਕਿ ਜਾਂਦੀਆਂ ਕਿੱਧਰ ਹੁੰਦੀਆਂ? ਕੋਲਡ ਵਾਲੀਆਂ ਹਾਈ ਤੋਂ ਲੋ ਵੱਲ, ਠੀਕ ਹੈ। ਅੱਗੇ ਦੇਖੋ ਕੋਲਡ ਓਸ਼ਨ ਕਰੰਟਸ ਕਿਹੜੀਆਂ ਨੇ, ਠੀਕ ਹੈ। ਤਾਂ ਇਹਨਾਂ ਨੂੰ ਆਪਾਂ ਪੇਰੂ ਕਰੰਟ ਵੀ ਕਹਿੰਦੇ ਆ, ਠੀਕ ਹੈ। ਕਿਉਂ ਕਹਿੰਦੇ? ਕਿਉਂਕਿ ਇੱਕ ਪੇਰੂ ਦਾ ਪਰਸਨ ਹੀ ਸੀ ਜਿਹਨੇ ਸਭ ਤੋਂ ਪਹਿਲਾਂ ਇਹਨਾਂ ਬਾਰੇ ਦੱਸਿਆ ਸੀ, ਠੀਕ ਹੈ। ਤੇ ਹੁਣ ਇਹਦਾ ਆਨਸਰ ਕੀ ਆ ਕਿ ਕੋਲਡ ਓਸ਼ਨ ਕਰੰਟ ਕਿਹੜੀਆਂ ਨੇ? ਤਾਂ ਬਾਕੀ ਸਾਰੀਆਂ ਓਸ਼ਨ ਕਰੰਟ ਨੇ। ਕੋਲਡ ਓਸ਼ਨ ਕਰੰਟ ਹੈ ਇਕੱਲੀ ਬ੍ਰਾਜ਼ੀਲ ਵਾਲੀ ਕੀ ਆ? ਹੌਟ ਓਸ਼ਨ ਕਰੰਟ ਆ, ਠੀਕ ਹੈ। ਬ੍ਰਾਜ਼ੀਲ ਵਾਲੀ ਇਕੱਲੀ ਹੌਟ ਓਸ਼ਨ ਕਰੰਟ ਆ। ਅੱਗੇ ਆਪਾਂ ਦੇਖਦੇ ਹਾਂ ਇਨ ਸੀ ਪਲਾਂਟਸ ਆਰ ਰਿਸਟ੍ਰਿਕਟਡ ਅਪ ਟੂ ਦ ਡੈਪਥ ਆਫ, ਠੀਕ ਹੈ। ਤਾਂ ਸਿੱਧਾ ਇੱਕ ਫੈਕਟ ਵਾਲਾ ਕੁਐਸਚਨ ਹੀ ਆ ਕਿ ਪਲਾਂਟਸ ਸੀ ਦੇ ਵਿੱਚ, ਸਮੁੰਦਰ ਦੇ ਵਿੱਚ ਕਿੰਨੀ ਡੂੰਘਾਈ ਤੱਕ ਹੁੰਦੇ ਆ? ਤਾਂ ਇਹਦਾ ਰਾਈਟ ਆਨਸਰ ਆ ਆਪਸ਼ਨ ਨੰਬਰ 2, 200 ਮੀਟਰ, ਠੀਕ ਹੈ। ਨੈਕਸਟ ਕੁਐਸਚਨ ਅਲ ਨੀਨੋ। ਅਲ ਨੀਨੋ ਕਿੱਥੇ ਹੁੰਦਾ ਵਾ? ਤਾਂ ਪਹਿਲਾਂ ਆਪਾਂ ਯਾਦ ਕਰੀਏ ਕਿ ਕੀ ਕੀ ਹੁੰਦਾ। ਇੱਕ ਤਾਂ ਹੁੰਦਾ ਅਲ ਨੀਨੋ ਦਾ ਜਿਓਗ੍ਰਾਫੀ ਦੇ ਵਿੱਚ, ਠੀਕ ਹੈ। ਇੱਕ ਹੁੰਦਾ ਵਾ ਲਾ ਨੀਨਾ, ਠੀਕ ਹੈ। ਅਲ ਨੀਨੋ ਤੇ ਲਾ ਨੀਨੋ ਦੋਵੇਂ ਕਿਹਦੇ ਚ ਹੁੰਦੇ ਨੇ? ਪੈਸੀਫਿਕ ਓਸ਼ਨ ਦੇ ਵਿੱਚ। ਆ ਵੀ ਪੈਸੀਫਿਕ ਓਸ਼ਨ ਚ ਹੁੰਦਾ ਵਾ, ਇਹ ਵੀ ਪੈਸੀਫਿਕ ਓਸ਼ਨ ਚ, ਠੀਕ ਹੈ। ਅਲ ਨੀਨੋ ਦੇ ਵਿੱਚ ਕੀ ਹੁੰਦਾ ਵਾ ਕਿ ਓਸ਼ਨ ਦੀ ਸਰਫੇਸ, ਯਾਨੀ ਕਿ ਸਮੁੰਦਰ ਦੇ ਪਾਣੀ ਦੀ ਸਤ੍ਹਾ, ਓਸ਼ਨ ਸਰਫੇਸ ਕੀ ਆ? ਵਾਰਮ ਹੋ ਜਾਂਦੀ ਆ, ਠੀਕ ਹੈ। ਇਹ ਪ੍ਰੋਸੈਸ ਸਾਲ ਚ ਕਈ ਕਈ ਵਾਰੀ ਹੁੰਦਾ, ਫ੍ਰੀਕੁਐਂਟ ਹੁੰਦਾ ਵਾ, ਹਨਾ। ਤੇ ਲਾ ਨੀਨੋ ਚ ਕੀ ਆ? ਓਸ਼ਨ ਸਰਫੇਸ ਕੀ ਆ? ਕੂਲ ਹੋ ਜਾਂਦੀ ਆ। ਇਹ ਫਿਨੋਮੀਨਾ ਕੀ ਆ? 2 ਤੋਂ 7 ਸਾਲ ਦੇ ਵਿੱਚ ਹੁੰਦਾ, ਜਿਵੇਂ ਇੱਕ ਵਾਰੀ ਹੋ ਗਿਆ ਦੁਬਾਰਾ ਕਦੇ 2 ਸਾਲ ਬਾਅਦ ਜਾਂ 7-8 ਸਾਲ ਬਾਅਦ, ਠੀਕ ਹੈ। ਮਤਲਬ ਬਹੁਤ ਲੰਬੇ ਸਮੇਂ ਬਾਅਦ ਹੁੰਦਾ। ਇਹ ਬਹੁਤ ਕਾਮਨ ਹੋਣ ਵਾਲਾ ਫਿਨੋਮੀਨਾ ਨਹੀਂ ਗਾ, ਬਟ ਦੋਵੇਂ ਹੁੰਦੇ ਕਿੱਥੇ ਨੇ? ਪੈਸੀਫਿਕ ਓਸ਼ਨ ਚ। ਇਹ ਪੁੱਛੇ ਕਿ ਅਲ ਨੀਨੋ ਕਿੱਥੇ ਹੁੰਦਾ ਵਾ? ਪੈਸੀਫਿਕ ਓਸ਼ਨ ਚ ਹੁੰਦਾ। ਤੇ ਜੋ ਵੀ ਰਿਲੇਟਡ ਇਨਫੋਰਮੇਸ਼ਨ ਸੀ ਆਪਾਂ ਕਰ ਲਈ ਆ। ਅਲ ਨੀਨੋ ਯਾਦ ਰੱਖ ਲਿਓ, ਪੈਸੀਫਿਕ ਓਸ਼ਨ ਚ ਸਮੁੰਦਰ ਦੀ ਸਤ੍ਹਾ ਗਰਮ ਹੁੰਦੀ ਹੈ ਤੇ ਅਕਸਰ ਹੀ ਹੁੰਦਾ ਰਹਿੰਦਾ, ਦੂਸਰਾ ਇਹ ਤੋਂ ਉਲਟ ਆ, ਠੀਕ ਹੈ। ਅੱਗੇ ਦੇਖੋ ਕੀ ਆ ਇਹ ਕਨਵੈਕਸ਼ਨਲ ਰੇਨ। ਕਨਵੈਕਸ਼ਨਲ ਰੇਨ ਕਦੋਂ ਹੁੰਦੀ ਆ? ਤਾਂ ਪਹਿਲਾਂ ਆਪਾਂ ਦੇਖ ਲਈਏ ਜੀ ਰੇਨ ਕਿੰਨੇ ਟਾਈਪ ਦੀ ਹੁੰਦੀ ਆ, ਠੀਕ ਹੈ। ਤਾਂ ਰੇਨ ਦੀਆਂ ਟਾਈਪਸ, ਰੇਨਫਾਲ, ਠੀਕ ਹੈ। 3 ਟਾਈਪ ਦੇ ਰੇਨਫਾਲ ਆ, ਠੀਕ ਹੈ। ਕਿਹੜਾ? ਕਨਵੈਕਸ਼ਨਲ, ਜਿਹੜਾ ਆਪਾਂ ਨੂੰ ਕੁਐਸਚਨ ਚ ਪੁੱਛਿਆ ਹੀ ਹੋਇਆ ਵਾ,
ਕਨਵੈਕਸ਼ਨਲ, ਉਸ ਤੋਂ ਅਗਲਾ ਕੀ ਹੁੰਦਾ ਵਾ ਓਰੋਗ੍ਰਾਫਿਕ, ਜਿਹਦਾ ਅਗਲਾ ਨਾਮ ਕੀ ਆ ਰਿਲੀਫ। ਠੀਕ ਹੈ, ਵੀ ਪੁੱਛ ਲੈਂਦੇ ਕਿ ਜੀ ਓਰੋਗ੍ਰਾਫਿਕ ਦਾ ਦੂਸਰਾ ਨਾਮ ਕੀ ਆ, ਇਜ਼ ਆਲਸੋ ਨੋਨ ਐਜ਼ ਰਿਲੀਫ, ਹੈ ਨਾ। ਤੇ ਤੀਸਰਾ ਹੈਗਾ ਵਾ ਸਾਈਕਲੋਨਿਕ। ਠੀਕ ਹੈ, ਇਹ ਸੀਗੇ ਆਪਣੇ ਟਾਈਪਸ। ਹੁਣ ਆਪਾਂ ਦੇਖਦੇ ਹਾਂ ਕਨਵੈਕਸ਼ਨਲ ਰੇਨਫਾਲ ਕੀ ਹੁੰਦਾ ਵਾ। ਇਹ 'ਚ ਕਹਿੰਦਾ ਮੰਨ ਲਓ ਅਰਥ ਆ, ਠੀਕ ਹੈ, ਸੂਰਜ ਦੀ ਗਰਮੀ ਬਹੁਤ ਜ਼ਿਆਦਾ ਪਈ, ਧਰਤੀ ਕੀ ਤਪ ਗਈ, ਇੱਥੇ ਜਿਹੜੀ ਨੇੜੇ ਤੇੜੇ ਹਵਾ ਸੀਗੀ ਉਹ ਹਵਾ ਹਲਕੀ ਹੋ ਕੇ ਉੱਪਰ ਚਲੀ ਗਈ। ਠੀਕ ਹੈ, ਏਅਰ ਕੀ ਆ ਉੱਪਰ ਚਲੀ ਗਈ, ਉੱਪਰ ਜਾ ਕੇ ਹਵਾ ਠੰਡੀ ਹੋਈ, ਉਹਦੇ ਬੱਦਲ ਬਣ ਗਏ, ਡ੍ਰੌਪਲੇਟਸ ਬਣ ਗਈਆਂ ਤੇ ਮੀਂਹ ਪੈ ਗਿਆ। ਠੀਕ ਹੈ, ਇਹ ਪ੍ਰੋਸੈਸ ਹੁੰਦਾ ਵਾ। ਧਰਤੀ ਗਰਮ ਹੋਈ, ਉਹਦੇ ਨੇੜਲੀ ਹਵਾ ਗਰਮ ਹੋ ਕੇ ਉੱਪਰ ਚਲੀ ਗਈ। ਠੀਕ ਹੈ, ਉੱਪਰ ਜਾ ਕੇ ਉਹ ਹਵਾ ਕੀ ਹੈ ਠੰਡੀ ਹੋ ਕੇ ਉਹਦੇ ਬੱਦਲ ਬਣ ਕੇ ਮੀਂਹ ਪੈ ਕੇ ਬਾਅਦ ਚੋਂ ਨੀਚੇ ਆ ਜਾਂਦੀ। ਇਹ ਹੁੰਦੀ ਕਨਵੈਕਸ਼ਨਲ ਰੇਨਫਾਲ। ਠੀਕ ਹੈ, ਤੇ ਕਨਵੈਕਸ਼ਨਲ ਰੇਨਫਾਲ ਤੁਹਾਨੂੰ ਹੁਣ ਪਤਾ ਹੀ ਕਿੱਥੇ ਹੋਊਗੀ, ਹੌਟ ਕਲਾਈਮੇਟ। ਠੀਕ ਹੈ, ਤੇ ਇਹਨਾਂ 'ਚ ਪੁੱਛਿਆ ਕਿਹੜੀ ਜਗ੍ਹਾ ਤੇ ਹੋਊਗੀ ਤਾਂ ਆਪਾਂ ਕਹਾਂਗੇ ਇਕੁਟੋਰੀਅਲ ਰੀਜਨ। ਹੁਣ ਦੇਖੋ ਇਕੁਟੋਰੀਅਲ ਰੀਜਨ ਹੀ ਕਿਵੇਂ ਹੋਇਆ, ਦੇਖੋ ਧਰਤੀ ਹੁੰਦੀ ਆ, ਠੀਕ ਹੈ, ਆ ਇਹਦੇ ਬਿਲਕੁਲ ਸੈਂਟਰ 'ਚੋਂ ਲੰਘਦੀ ਭੂ ਮੱਧ ਰੇਖਾ, ਭੂ ਮੱਧ ਰੇਖਾ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਇਕਵੇਟਰ। ਇਹਦੇ ਆਸੇ ਪਾਸੇ ਆ ਜਿਹੜੀ ਜਗ੍ਹਾ ਵਾ ਇਕਵੇਟਰ ਦੇ ਆਸੇ ਪਾਸੇ ਨੂੰ ਆਪਾਂ ਇਕੁਟੋਰੀਅਲ ਰੀਜਨ ਕਹਿੰਦੇ ਆ। ਇੱਥੇ ਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਤਾਂ ਉਹ ਬਹੁਤ ਜ਼ਿਆਦਾ ਗਰਮੀ ਹੁੰਦੀ। ਠੀਕ ਹੈ, ਗਰਮ ਹੋ ਕੇ ਫਿਰ ਹਵਾ ਉੱਪਰ ਉੱਠਦੀ, ਬੱਦਲ ਬਣਦੇ, ਮੀਂਹ ਪੈਂਦਾ, ਇੱਥੇ ਕੀ ਕਨਵੈਕਸ਼ਨਲ ਰੇਨਫਾਲ ਹੁੰਦਾ ਵਾ। ਇਹ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਤਾ ਕਨਵੈਕਸ਼ਨਲ ਰੇਨਫਾਲ ਦਾ। 3 ਰੇਨਫਾਲ ਦੀਆਂ ਕਿਸਮਾਂ ਨੇ, ਉਹ ਵੀ ਆਪਾਂ ਦੱਸਿਆ। ਠੀਕ ਹੈ, ਹਾਂ ਹਾਂ, ਇਹਦੀ ਐਕਸਪਲੇਨੇਸ਼ਨ ਉਹੀ ਚੀਜ਼ ਦੀ ਇੱਥੇ ਕੀਤੀ ਹੋਈ ਆ। ਠੀਕ ਹੈ, ਅੱਗੇ ਦੇਖੋ ਲੈਂਡ ਐਂਡ ਸੀ ਬਰੀਜ਼ ਅਕਰਸ ਡਿਊ ਟੂ। ਲੈਂਡ ਤੇ ਸੀ ਬਰੀਜ਼ ਕੀ ਹੁੰਦੀ, ਪਹਿਲਾਂ ਦੇਖੋ ਆਪਾਂ ਬਰੀਜ਼ ਦੇਖ ਲਈਏ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਤਾਂ ਬਰੀਜ਼ ਯਾਨੀ ਕਿ ਹਵਾਵਾਂ ਜਿਹੜੀਆਂ ਨੇ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਲੈਂਡ ਵਾਲੀਆਂ, ਇੱਕ ਸੀ ਵਾਲੀਆਂ। ਹੁੰਦਾ ਕੀ ਆ ਕਿ ਜਦੋਂ ਲੈਂਡ ਜ਼ਿਆਦਾ ਗਰਮ ਹੋ ਜਾਂਦੀ ਆ, ਠੀਕ ਹੈ, ਤਾਂ ਹਵਾ ਕੀ ਆ ਲੈਂਡ ਤੋਂ ਸੀ ਵੱਲ ਨੂੰ ਵਗਦੀ ਆ। ਤੇ ਜਦੋਂ ਸਮੁੰਦਰ ਜ਼ਿਆਦਾ ਗਰਮ ਹੁੰਦਾ ਵਾ ਉਦੋਂ ਹਵਾ ਗਰਮ ਹੋ ਕੇ, ਠੀਕ ਹੈ, ਸਮੁੰਦਰ ਤੋਂ ਧਰਤੀ ਵੱਲ ਨੂੰ ਵਗਦੀ ਆ। ਚੀਜ਼ ਆ ਲੈਂਡ ਤੇ ਸੀ ਬਰੀਜ਼ ਦੇ ਵਿੱਚ ਇਹੀ ਫਰਕ ਆ, ਹਨਾ। ਬਾਕੀ ਆ ਦਿਨ ਦੇ ਸਮੇਂ ਕੀ ਆ ਸਨ ਦੇ ਕਰਕੇ ਕਿ ਲੈਂਡ ਗਰਮ ਹੁੰਦੀ ਆ। ਠੀਕ ਹੈ, ਤੇ ਲੈਂਡ ਕੀ ਹੈ ਜ਼ਿਆਦਾ ਗਰਮ ਹੁੰਦੀ ਹੈ ਕੰਪੇਅਰ ਟੂ ਸਨ। ਠੀਕ ਹੈ, ਇਸ ਕਰਕੇ ਕੀ ਆ ਉੱਥੇ ਕੀ ਆ ਇੱਕ ਪਾਸੇ ਕੀ ਜ਼ਿਆਦਾ ਹੀਟ ਦਾ ਪ੍ਰੈਸ਼ਰ ਕ੍ਰੀਏਟ ਹੁੰਦਾ, ਇੱਕ ਪਾਸੇ ਘੱਟ ਹੁੰਦਾ ਵਾ। ਠੀਕ ਹੈ, ਤੇ ਫਿਰ ਵੱਧ ਪ੍ਰੈਸ਼ਰ ਤੋਂ ਘੱਟ ਪ੍ਰੈਸ਼ਰ ਵੱਲ ਹਵਾ ਦਾ ਫਲੋ ਹੁੰਦਾ ਵਾ। ਬਟ ਜੇ ਤੁਸੀਂ ਇਹਨਾਂ ਨਹੀਂ ਵੀ ਯਾਦ ਰੱਖਣ ਸਦਾ ਯਾਦ ਰੱਖਿਓ ਕਿ ਲੈਂਡ ਬਰੀਜ਼ ਲੈਂਡ ਤੋਂ ਸੀ ਵੱਲ ਜਾਂਦੀ ਆ, ਤੇ ਇਹ ਪ੍ਰੋਸੈਸ ਹੁੰਦਾ ਵਾ ਨਾਈਟ ਦੇ ਟਾਈਮ 'ਚ, ਤੇ ਸੀ ਬਰੀਜ਼ ਸੀ ਤੋਂ ਲੈਂਡ ਵੱਲ ਜਾਂਦੀ, ਇਹ ਪ੍ਰੋਸੈਸ ਹੁੰਦਾ ਵਾ ਡੇ ਟਾਈਮ 'ਚ। ਤੇ 2 ਤਰ੍ਹਾਂ ਦੀ ਬਰੀਜ਼ ਆ, ਹਨਾ। ਦੋਵੇਂ ਹੁੰਦੀਆਂ ਕਦੇ ਕਰਕੇ ਧਰਤੀ ਜਾਂ ਸਮੁੰਦਰ ਜੋ ਵੀ ਆ ਉਹ ਹੀਟ ਅਪ ਹੁੰਦਾ ਵਾ, ਹਨਾ। ਤੇ ਜਦੋਂ ਹਵਾ ਹੀਟ ਅਪ ਹੋ ਕੇ ਉੱਪਰ ਜਾਂਦੀ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਆ, ਕਨਵੈਕਸ਼ਨ ਹੀ ਕਹਿੰਦੇ ਆ। ਠੀਕ ਹੈ, ਇਹ ਆਪਾਂ ਪਹਿਲਾਂ ਵੀ ਕਰ ਹਟੇ ਕਨਵੈਕਸ਼ਨ ਕਹਿੰਦੇ ਜਦੋਂ ਹਵਾ ਗਰਮ ਹੋ ਕੇ ਉੱਪਰ ਉੱਠਦੀ ਹੈ ਉਹਨੂੰ ਕਹਿੰਦੇ ਕਨਵੈਕਸ਼ਨ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਹਾਈਐਸਟ ਕਲਾਊਡ, ਸਭ ਤੋਂ ਉੱਚਾ ਕਲਾਊਡ ਕਿਹੜਾ ਵਾ, ਇਹ ਤੁਸੀਂ ਆਪ ਗੈਸ ਕਰਨ ਦੀ ਕੋਸ਼ਿਸ਼ ਕਰਨੀ ਆ। ਠੀਕ ਹੈ, ਕਿਉਂਕਿ ਇੱਕ ਸਟਾਰ ਦਾ ਨਾਮ ਵੀ ਸੇਮ ਇਵੇਂ ਹੀ ਆ, ਹਨਾ, ਉਹ ਵੀ ਇੱਕ ਉੱਚਾ ਸਟਾਰ ਆ, ਤਾਂ ਉਹ ਹੈਗਾ ਸੀਰੀਅਸ। ਠੀਕ ਹੈ, ਸੀਰੀਅਸ ਕੀ ਸਭ ਤੋਂ ਉੱਚਾ ਕਲਾਊਡ ਆ, ਤੇ ਇਹਦੀ ਖਾਸ ਗੱਲ ਕੀ ਹੁੰਦੀ, ਕਾਫੀ ਉੱਚੇ ਹੁੰਦੇ, ਠੰਡੇ ਹੁੰਦੇ ਆ। ਠੀਕ ਹੈ, ਇਹ ਕੀ ਆ ਆਈਸ ਕਲਸਟਰਸ ਦੇ ਬਣੇ ਹੁੰਦੇ ਆ, ਆਈਸ ਕਲਸਟਰਸ ਦੇ ਬਣੇ ਹੁੰਦੇ ਆ, ਕਿਉਂਕਿ ਬਹੁਤ ਉੱਪਰ ਹੁੰਦੇ ਆ, ਠੰਡੇ ਹੁੰਦੇ ਆ, ਆਈਸ ਕਲਸਟਰਸ ਦੇ ਬਣੇ ਹੁੰਦੇ ਆ। ਠੀਕ ਹੈ, ਇੱਕ ਸਿੰਪਲ ਜੀ ਗੱਲ ਸੀ, ਹਾਈ ਕਲਾਊਡ ਹੁੰਦੇ ਆ, ਤਕਰੀਬਨ 6000 ਮੀਟਰ ਦੀ ਉਚਾਈ ਤੇ ਪਾਏ ਜਾਂਦੇ ਆ। ਦੇਖੋ ਅੱਗੇ ਵਿੰਡ ਰੋਜ਼ ਕੀ ਹੁੰਦਾ, ਦੇਖੋ ਵਿੰਡ ਰੋਜ਼ ਕੀ ਹੁੰਦਾ ਵਾ, ਇੱਕ ਨਾ ਇਹ ਡਾਟਾ ਰਿਪਰੈਜ਼ੈਂਟ ਕਰਨ ਦੀ ਇੱਕ ਫਾਰਮ ਹੀ ਹੈ, ਇੱਕ ਤਰ੍ਹਾਂ ਦਾ ਚਾਰਟ ਹੀ ਜਿਹੜਾ ਮੈਂ ਸਰਕਲ ਜੀ ਫਾਰਮ ਦੇ ਵਿੱਚ ਬਣਿਆ ਹੁੰਦਾ ਇੱਕ ਚਾਰਟ। ਠੀਕ ਹੈ, ਇਹ ਹੁਣ ਚਾਰਟ ਇਨਫੋਰਮੇਸ਼ਨ ਕਾਹਦੀ ਹੁੰਦਾ, ਇਹ ਦੱਸਦਾ ਵਿੰਡ ਕਿਸੇ ਲੋਕੇਸ਼ਨ ਦੇ ਉੱਤੇ, ਕਿਸੇ ਖਾਸ ਲੋਕੇਸ਼ਨ ਦੇ ਉੱਤੇ ਵਿੰਡ ਦੀ ਡਾਇਰੈਕਸ਼ਨ ਕੀ ਆ ਤੇ ਵਿੰਡ ਦੀ ਸਪੀਡ ਕੀ ਆ। ਠੀਕ ਹੈ, ਇਸ ਚੀਜ਼ ਬਾਰੇ ਇਹ ਜਾਣਕਾਰੀ ਦਿੰਦਾ ਕਿ ਵਿੰਡ ਦੀ ਲੋਕੇਸ਼ਨ ਕੀ ਆ, ਡਾਇਰੈਕਸ਼ਨ ਕੀ ਆ, ਸਪੀਡ ਕੀ ਆ। ਮਤਲਬ ਵਿੰਡ ਦੀ ਜਿਹੜੀ ਉਥਲ ਪੁਥਲ ਜਾਂ ਹਲਚਲ ਉਹਦੇ ਬਾਰੇ ਦੱਸਦਾ, ਯਾਨੀ ਕਿ ਵਿੰਡ ਟਰਬੂਲੈਂਸ ਬਾਰੇ ਦੱਸਦਾ। ਠੀਕ ਹੈ, ਵਿੰਡ ਰੋਜ਼, ਇਹਨੂੰ ਰੋਜ਼ ਤਾਂ ਕਿਹਾ ਗਿਆ ਕਿਉਂਕਿ ਸਰਕੂਲਰ ਫਾਰਮ ਦੇ ਵਿੱਚ ਇੱਕ ਚਾਰਟ ਹੁੰਦਾ। ਠੀਕ ਹੈ, ਅੱਗੇ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ, ਐਟਮੋਸਫੇਅਰ ਦੀ ਲੇਅਰ। ਠੀਕ ਹੈ, ਵਾਯੂਮੰਡਲ ਦੀ ਲੇਅਰ ਜਿਹਦੇ ਚੋਂ ਕਿ ਰੇਡੀਓ ਦੀਆਂ ਕਿਰਨਾਂ ਵਾਪਸ ਮੁੜ ਕੇ ਆਉਂਦੀਆਂ, ਯਾਨੀ ਕਿ ਪਹਿਲਾਂ ਐਵੇਂ ਕਿਸੇ ਟਾਵਰ ਤੋਂ, ਠੀਕ ਹੈ, ਕੀ ਆ ਰੇਜ਼ ਇਵੇਂ ਜਾਂਦੀਆਂ ਨੇ, ਫਿਰ ਇਸ ਲੇਅਰ ਦੇ ਵਿੱਚ ਟਕਰਾ ਕੇ ਇਵੇਂ ਖਿੰਡਰ ਕੇ ਮੁੜਦੀਆਂ ਨੇ। ਠੀਕ ਹੈ, ਤਾਂ ਇਹ ਕਿਹੜੀ ਲੇਅਰ ਆ, ਇਹ ਲੇਅਰ ਹੈਗੀ ਆ ਆਈਨੋਸਫੀਅਰ। ਠੀਕ ਹੈ, ਆਈਨੋਸਫੀਅਰ ਤੁਹਾਨੂੰ ਪਤਾ ਆਈਨੋਸਫੀਅਰ ਕਿੱਥੇ ਹੁੰਦਾ ਵਾ, ਥਰਮੋਸਫੀਅਰ ਦੇ ਵਿੱਚ। ਆਈਨੋਸਫੀਅਰ ਹੁੰਦਾ ਵਾ ਥਰਮੋਸਫੀਅਰ ਦੇ ਵਿੱਚ। ਹੁਣ ਦੇਖੋ ਥਰਮੋਸਫੀਅਰ ਦਾ ਮੀਨਿੰਗ ਕੀ ਹੁੰਦਾ ਵਾ, ਥਰਮੋਸਫੀਅਰ, ਥਰਮੋ ਮਤਲਬ ਹੀਟ। ਦੇਖੋ ਜਿਵੇਂ ਥਰਮਾਮੀਟਰ ਹੁੰਦਾ, ਥਰਮਾ ਦਾ ਮਤਲਬ ਹੁੰਦਾ ਹੀਟ, ਮੀਟਰ ਦਾ ਮਤਲਬ ਹੁੰਦਾ ਮਿਲਣਾ।
ਹੀਟ ਮੰਨਣ ਵਾਲਾ, ਤਾਪਮਾਨ ਮੰਨਣ ਵਾਲਾ ਯੰਤਰ ਨਾ। ਤਾਂ ਥਰਮਾ ਮਤਲਬ ਹੀਟ। ਤਾਂ ਥਰਮੋਸਫੀਅਰ ਦੇ ਵਿੱਚ ਕੀ ਹੀਟ ਬਹੁਤ ਜ਼ਿਆਦਾ ਹੁੰਦੀ ਆ, ਇਸ ਕਰਕੇ ਜਿਹੜੇ ਤੇ ਹਵਾ ਦੇ ਪਾਰਟੀਕਲ ਜੋ ਵੀ ਹੁੰਦੇ ਆ, ਉੱਥੇ ਮੋਲੀਕਿਊਲਸ ਹੁੰਦੇ ਆ, ਐਟਮਸ ਵਗੈਰਾ ਹੁੰਦੇ ਆ, ਉਹ ਸਾਰੇ ਕੀ ਬ੍ਰੇਕ ਹੋ ਜਾਂਦੇ ਆ, ਪੋਜ਼ਿਟਿਵ ਤੇ ਨੈਗੇਟਿਵ ਚਾਰजेस ਦੇ ਵਿੱਚ ਬ੍ਰੇਕ ਹੋ ਜਾਂਦੇ ਬਹੁਤ ਜ਼ਿਆਦਾ ਹੀਟ ਹੋਣ ਕਰਕੇ। ਤਾਂ ਆਪਾਂ ਥਰਮੋਸਫੀਅਰ ਦੇ ਵਿੱਚ ਇੱਕ ਆਇਨੋਸਫੀਅਰ ਵੀ ਪਾਇਆ ਜਾਂਦਾ ਵਾ, ਤੇ ਆਇਨੋਸਫੀਅਰ ਕੀ ਰੇਡੀਓ ਵੇਵਸ ਨੂੰ ਵਾਪਸ ਰਿਫਲੈਕਟ ਕਰਦਾ। ਜਿਵੇਂ ਆਪਣੀ ਅੱਗੇ ਆਮ ਕਮਿਊਨੀਕੇਸ਼ਨ ਹੁੰਦੀ ਸੀ, ਜਿਵੇਂ ਇੱਥੇ ਇੱਕ ਟਾਵਰ ਆ, ਇੱਥੇ ਦੂਸਰਾ ਟਾਵਰ ਆ, ਤਾਂ ਸਿਗਨਲ ਇੱਧਰੋਂ ਇੱਕ ਟਾਵਰ ਦੂਸਰੇ ਟਾਵਰ ਤੱਕ ਜਾਂਦਾ ਸੀਗਾ, ਇਵੇਂ ਕਰਕੇ ਆਉਂਦੇ ਜਾਂਦੇ ਸੀ ਸਿਗਨਲ ਨਾ। ਤੇ ਏਰੀਆ ਕੀ ਸੀਗਾ ਕਮਿਊਨੀਕੇਸ਼ਨ ਦਾ ਲਿਮਿਟਡ, ਬਟ ਹੁਣ ਕੀ ਹੈ ਇੱਕ ਐਵੇਂ ਸਿਗਨਲ ਜਾਂਦਾ ਵਾ ਉੱਥੇ ਆਇਨੋਸਫੀਅਰ ਦੇ ਵਿੱਚ ਟਕਰਾ ਕੇ ਵਾਪਸ ਮੁੜ ਕੇ ਸਿਗਨਲ ਕਿਵੇਂ ਅਲੱਗ-ਅਲੱਗ ਜਗ੍ਹਾ ਤੇ ਪਹੁੰਚਦਾ ਵਾ, ਹਨਾ। ਤਾਂ ਇਸ ਕਰਕੇ ਜਿਹੜਾ ਆਪਣਾ ਕਮਿਊਨੀਕੇਸ਼ਨ ਦਾ ਏਰੀਆ ਵਾ ਉਹ ਕੀ ਹੋ ਗਿਆ ਵਾ, ਵਾਈਡ ਹੋ ਗਿਆ ਵਾ। ਇਹ ਆਪਾਂ ਨੂੰ ਇਹਦਾ ਬੈਨੀਫਿਟ ਹੋ ਗਿਆ ਇਸ ਟੈਕਨੋਲੋਜੀ ਦਾ। ਰੇਡੀਓ ਵੇਵ ਕਮਿਊਨੀਕੇਸ਼ਨ ਇਹਦੇ ਨਾਲ ਹੁੰਦੀ ਹੈ, ਠੀਕ ਹੈ। ਅੱਗੇ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਗ੍ਰੇਟੈਸਟ ਸਰਕਲ। ਸਭ ਤੋਂ ਵੱਡਾ ਸਰਕਲ ਕਿਹੜਾ ਵਾ? ਆਰਕਟਿਕ ਸਰਕਲ, ਇਕੁਏਟਰ, ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਪਰੀਕॉर्न। ਕਿਹੜਾ ਸਭ ਤੋਂ ਵੱਡਾ ਸਰਕਲ ਹੈ? ਇਹ ਚੀਜ਼ ਤੁਸੀਂ ਆਪ ਗੈਸ ਕਰਨੀ, ਮੈਂ ਅੱਜ ਹੀ ਇਸੇ ਲੈਕਚਰ 'ਚ ਕਰਵਾਈ ਹੈ। ਗੈਸ ਕਰੋ, ਜਿਹਨੂੰ ਪਤਾ ਵਾ ਉਹਨੇ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਣਾ ਵਾ, ਠੀਕ ਹੈ। ਤੇ ਦੇਖੋ, ਜਿਵੇਂ ਆਪਣੀ ਅਰਥ ਆ, ਠੀਕ ਹੈ, ਮੈਂ ਦੱਸਿਆ ਸੀ ਇੱਥੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਲਾਈਨ ਲੰਘਦੀ ਆ, ਜਿਹਨੂੰ ਆਪਾਂ ਭੂ ਮੱਧ ਕਹਿੰਦੇ ਹਾਂ। ਨਾਮ ਤੇ ਪਤਾ ਲੱਗਦਾ ਧਰਤੀ ਦੇ ਮੱਧ ਚੋਂ ਲੰਘਦੀ ਆ, ਭੂਮੀ ਦੇ ਮੱਧ ਚੋਂ ਲੰਘਦੀ ਆ। ਇਕੁਏਟਰ ਮਤਲਬ ਸਾਰੇ ਪਾਸਿਓਂ ਇਕੁਅਲ ਦੂਰੀ ਤੇ ਆ, ਇਕੁਏਟਰ ਇਕੁਅਲ ਤੋਂ ਬਣਿਆ, ਤਾਂ ਇਹ ਹੁੰਦੀ ਇਕੁਏਟਰ ਜਾਂ ਭੂ ਮੱਧ ਰੇਖਾ। ਇਹ ਬਿਲਕੁਲ ਵਿਚਾਲੇ ਐਵੇਂ ਬਣੀ, ਸੈਂਟਰ 'ਚ ਤਾਂ ਸਭ ਤੋਂ ਵੱਡਾ ਸਰਕਲ ਆ। ਇੱਧਰ ਨਾਰਥ ਪੋਲ ਹੁੰਦਾ, ਇੱਧਰ ਸਾਊਥ ਪੋਲ ਹੁੰਦਾ, ਦੋਵਾਂ ਤੋਂ ਬਰਾਬਰ ਦੂਰੀ ਤੇ ਹੁੰਦੀ ਆ, ਦੋਵਾਂ ਦੇ ਮੱਧ 'ਚ ਹੁੰਦੀ ਆ, ਠੀਕ ਹੈ। ਇਹ ਸਭ ਤੋਂ ਵੱਡਾ ਸਰਕਲ ਆ। ਇਹ ਤੋਂ ਤਾਂ ਨੂੰ ਜਾਣੇ ਆਪਾਂ ਕੀ ਆ, ਐਵੇਂ ਅਰਥ ਦਾ ਜਿਹੜਾ ਘੇਰਾ ਉਹ ਕੀ ਆ ਘਟਦਾ ਜਾਂਦਾ, ਤੇ ਸਰਕਲ ਕੀ ਆ ਛੋਟਾ ਹੁੰਦਾ ਜਾਂਦਾ। ਜੇ ਆਪਾਂ ਸਰਕਲ ਐਵੇਂ ਬਣਾ ਵੀ ਲਵਾਂਗੇ ਉਹ ਕੀ ਆ ਇਦੋਂ ਛੋਟੇ ਹੁੰਦੇ ਜਾਂਦੇ ਆ। ਤਾਂ ਇਕੁਏਟਰ ਸਭ ਤੋਂ ਵੱਡਾ ਸਰਕਲ ਆ। ਆਦੀ ਐਕਸਪਲੇਨੇਸ਼ਨ ਆ। ਅੱਗੇ ਦੇਖੋ, ਹੈਂਗਿੰਗ ਵੈਲੀ ਕਿਉਂ ਬਣਦੀ ਆ? ਤਾਂ ਦੇਖੋ ਜੀ, ਆਹ ਕੋਈ ਚਟਾਨਾਂ ਵਗੈਰਾ ਹੁੰਦੀਆਂ ਨੇ, ਠੀਕ ਹੈ, ਮਾਊਂਟੇਨਸ ਵਗੈਰਾ ਹੁੰਦੀਆਂ ਨੇ, ਤਾਂ ਇੱਥੋਂ ਹੈਂਗਿੰਗ ਵੈਲੀ ਕਿਵੇਂ ਬਣਦੀ ਹੈ? ਕਹਿੰਦੇ ਮੰਨ ਲਓ ਵੈਸੇ ਤਾਂ ਨਦੀਆਂ ਜਿਹੜੀਆਂ ਹੁੰਦੀਆਂ ਠੰਡੇ ਇਲਾਕਿਆਂ ਦੇ ਵਿੱਚ ਨਦੀਆਂ ਹਮੇਸ਼ਾ ਐਵੇਂ ਜੰਮੀਆਂ ਰਹਿੰਦੀਆਂ, ਠੀਕ ਹੈ। ਬਾਅਦ ਚੋਂ ਜਦੋਂ ਟੈਂਪਰੇਚਰ ਥੋੜ੍ਹਾ ਵੱਧਦਾ ਵਾ, ਗਰਮੀ ਹੁੰਦੀ ਆ, ਤਾਂ ਉਹ ਨਦੀਆਂ ਵਗਦੀਆਂ ਨੇ, ਤੇ ਉਹ ਨਦੀਆਂ ਇਹਨੂੰ ਖੋਰਦੀਆਂ ਨੇ, ਠੀਕ ਹੈ। ਤੇ ਉਹ ਜੰਮਣ ਵਾਲੀਆਂ ਨਦੀਆਂ, ਠੰਡੀਆਂ ਨਦੀਆਂ ਬਰਫ਼ ਵਾਲੀਆਂ, ਉਹਨਾਂ ਨੂੰ ਕੀ ਕਹਿੰਦੇ ਆ? ਗਲੇਸ਼ੀਅਰ ਕਹਿੰਦੇ ਆ, ਹੈ ਨਾ। ਤਾਂ ਇਹ ਚੀਜ਼ ਆ, ਹੈਂਗਿੰਗ ਵੈਲੀ ਉਹਦੇ ਕਰਕੇ ਬਣਦੀ ਆ। ਜਿਵੇਂ ਆਪਣੀ ਆਹ ਆਮ ਨਦੀ ਹੁੰਦੀ ਆ, ਹੈ ਨਾ, ਤੇ ਜਿਹੜੀਆਂ ਉਹਦੇ ਵਿੱਚੋਂ ਇਹ ਨਦੀਆਂ ਹੋਰ ਪਾਸੇ ਨੂੰ ਨਿਕਲਦੀਆਂ ਵੱਡੀ ਨਦੀ 'ਚ, ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ? ਟ੍ਰਿਬਿਊਟਰੀਜ਼, ਹੈ ਨਾ, ਜਿਹੜੀਆਂ ਇਹ 'ਚੋਂ ਨਦੀਆਂ ਨਿਕਲਦੀਆਂ ਨੇ। ਤੇ ਸਿਮਿਲਰਲੀ ਕੋਈ ਜਿਹੜੀਆਂ ਮੇਨ ਨਦੀਆਂ ਉਹਨਾਂ ਦੀਆਂ ਟ੍ਰਿਬਿਊਟਰੀਜ਼ ਇੱਥੋਂ ਲੰਘਦੀਆਂ ਵਾ, ਗਲੇਸ਼ੀਅਰ ਦੀਆਂ ਟ੍ਰਿਬਿਊਟਰੀਜ਼ ਲੰਘਦੀਆਂ ਵਾ, ਤੇ ਫਿਰ ਹੈਂਗਿੰਗ ਵੈਲੀ ਬਣਦੀ ਆ, ਯੂ ਸ਼ੇਪ ਦੀ ਹੈਂਗਿੰਗ ਵੈਲੀ ਬਣਦੀ ਆ, ਠੀਕ ਹੈ। ਇਸ ਕਰਕੇ ਹੈਂਗਿੰਗ ਵੈਲੀ ਨੂੰ ਆਪਾਂ ਕੀ ਕਹਿ ਦਾਂਗੇ? ਟ੍ਰਿਬਿਊਟਰੀ ਵੈਲੀ ਵੀ ਕਹਿ ਦਾਂਗੇ, ਕਿਉਂਕਿ ਨਦੀ ਦੀ ਇੱਕ ਟ੍ਰਿਬਿਊਟਰੀ ਨੇ ਇਹਨੂੰ ਬਣਾਇਆ ਵਾ, ਠੀਕ ਹੈ। ਤਾਂ ਹੈਂਗਿੰਗ ਵੈਲੀ ਇੱਕ ਤਰ੍ਹਾਂ ਦੀ ਇੱਕ ਟ੍ਰਿਬਿਊਟਰੀ ਵੈਲੀ ਹੁੰਦੀ ਹੈ, ਜਿਹੜੀ ਕਿ ਗਲੇਸ਼ੀਅਰ ਦੇ ਨਾਲ ਬਣਦੀ ਹੈ, ਇੱਕ ਯੂ ਸ਼ੇਪ ਦੇ ਵਿੱਚ ਹੁੰਦੀ ਹੈ। ਤੁਹਾਨੂੰ ਸਾਰਾ ਕੁਛ ਪਿਕਚਰ ਦੇ ਵਿੱਚ ਦੇਖ ਹੀ ਰਿਹਾ ਕਲੀਅਰ, ਹੈ ਨਾ, ਦੱਸਣ ਵਾਲੀ ਕੋਈ ਗੱਲ ਤਾਂ ਹੈ ਨਹੀਂ ਗੀ। ਤਾਂ ਇੱਥੇ ਆਪਣਾ ਲੈਕਚਰ ਖਤਮ ਹੁੰਦਾ ਵਾ। ਸਾਡੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ, ਤਾਂ ਜੋ ਆਪਾਂ ਇਹ ਜਿਹੜੀ ਲੈਕਚਰ ਸੀਰੀਜ਼ ਆ ਇਹਨੂੰ ਕੰਟੀਨਿਊ ਰੱਖ ਸਕੀਏ। ਲੈਕਚਰ ਸੀਰੀਜ਼ PPSC ਤੇ PSSB, ਠੀਕ ਹੈ। ਇਸ ਤੋਂ ਇਲਾਵਾ ਹੋਰ ਕੋਈ ਵੀ ਐਗਜ਼ਾਮ ਜਿਹਨਾਂ ਦੇ ਵਿੱਚ GK ਪੁੱਛੀ ਜਾਂਦੀ ਹੈ, ਠੀਕ ਹੈ, ਉਹਨਾਂ ਸਾਰੇ ਐਗਜ਼ਾਮ ਦੇ ਲਈ ਸੀਰੀਜ਼ ਬਹੁਤ ਯੂਜ਼ਫੁਲ ਹੋਊਗੀ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ। ਥੈਂਕਸ ਫॉर ਵਾਚਿੰਗ।